ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ ਬਹੁਤ ਬਹੁਤ ਸਵਾਗਤ ਦੋਸਤੋ। ਮਸਲਾ ਇਸ ਵੇਲੇ ਇਹ ਹੈ ਕਿ ਕੋਵਿਡ ਇਸ ਵੇਲੇ ਪੂਰੀ ਦੁਨੀਆ ਵਿੱਚ ਔਰ ਖਾਸ ਕਰਕੇ ਭਾਰਤ ਦੇ ਵਿੱਚ ਇਸ ਨੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਮਹਾਮਾਰੀ ਦਾ ਰੂਪ ਧਾਰਨ ਕੀਤਾ ਔਰ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਨੇ ਪ੍ਰਭਾਵਿਤ ਕੀਤਾ। ਸੋ ਇਸ ਤੋਂ ਬਾਅਦ ਇਸ ਵੇਲੇ ਕੀ ਇਸ ਤੋਂ ਬਾਅਦ ਜਿਹੜੇ ਸਾਡੇ ਅਸਾਰ ਨਜ਼ਰ ਆ ਰਹੇ ਔਰ ਕਿਸ ਤਰੀਕੇ ਨਾਲ ਜਿਹੜੇ ਕੋਵਿਡ ਤੋਂ ਬੰਦੇ ਠੀਕ ਹੋ ਰਹੇ ਔਰ ਉਸ ਤੋਂ ਬਾਅਦ ਕੀ ਸਾਵਧਾਨੀਆਂ ਸਾਨੂੰ ਲੈਣੀਆਂ ਚਾਹੀਦੀਆਂ। ਸੋ ਅੱਜ ਦਾ ਮਸਲਾ 'ਚ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਕੋਵਿਡ ਉਪਰੰਤ ਜਿਹੜਾ ਹੈ ਕਿਸ ਤਰੀਕੇ ਨਾਲ ਰਹਿਣਾ ਔਰ ਇਸ ਦੀਆਂ ਸਾਵਧਾਨੀਆਂ। ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਬੁਲਾਏ। ਸਭ ਤੋਂ ਪਹਿਲਾਂ ਉਹਨਾਂ ਨਾਲ ਤਾਰੁਫ ਮੇਰੇ ਨਾਲ ਬੈਠੇ ਹਨ ਸਰਦਾਰ ਜੈ ਇੰਦਰ ਸਿੰਘ ਜੀ ਜੋ ਕਿ SDM ਨੇ ਜਲੰਧਰ ਦੇ ਵਿੱਚ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ। ਔਰ ਨਾਲ ਬੈਠੇ ਹਨ ਡਾਕਟਰ ਅਨੂਪ ਕੁਮਾਰ ਜੀ ਜੋ ਕਿ ਚੈਰੀਟੇਬਲ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਹਨ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਦਰਸ਼ਕੋ ਘਰ ਬੈਠੇ ਤੁਸੀਂ ਸਾਡੇ ਨਾਲ ਟੈਲੀਫੋਨ ਦੇ ਉੱਤੇ ਰਾਬਤਾ ਰੱਖਦੇ ਹੋ। ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ 0181 281 42 61 0181 281 42 64। ਸਾਨੂੰ ਤੁਹਾਡੀਆਂ ਕਾਲਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਸੋ ਚਰਚਾ ਸ਼ੁਰੂ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਕਿ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤਾਂ ਜਿਹੜੀ ਕਰੋਨਾ ਦੀ ਦੂਸਰੀ ਲਹਿਰ ਆਈ ਹੈ ਇਸ ਨੇ ਬਹੁਤ ਘਾਤਕ ਰੂਪ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਔਰ ਬਹੁਤ ਜ਼ਿਆਦਾ ਤਬਾਹੀ ਮਹਾਮਾਰੀ ਜਿਹੜੀ ਦੇਖਣ ਨੂੰ ਮਿਲੀ। ਕੀ ਗਲਤੀਆਂ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਲੋਕਾਂ ਤੋਂ ਹੋਈਆਂ ਜਿਹਦੇ ਕਰਕੇ ਇਹਨੇ ਇਸ ਰੂਪ ਨੂੰ ਵਿਕਰਾਲ ਰੂਪ ਧਾਰਨ ਕੀਤਾ ਹੈ? ਦੇਖੋ ਜੀ ਕਿ ਫਸਟ ਵੇਵ ਤੋਂ ਬਾਅਦ ਵਾਇਰਸ ਡਿਸਅਪੀਅਰ ਨਹੀਂ ਹੋ ਗਿਆ ਸੀਗਾ। ਵਾਇਰਸ ਵਾਸ ਦੇਅਰ ਓਨਲੀ ਜੀ, ਲੇਕਿਨ ਉਦੋਂ ਰਿਸਟ੍ਰਿਕਸ਼ਨਸ ਜਦੋਂ ਲੂਜ਼ਨ ਅਪ ਹੋਈਆਂ ਉਸ ਤੋਂ ਬਾਅਦ ਲੋਕਾਂ ਨੇ ਜਿਹੜਾ ਐਵਰੀਡੇ ਲਾਈਫ ਵਿੱਚ ਖਿਆਲ ਰੱਖਣੇ ਬੰਦ ਕਰਤੇ ਮੇ ਬੀ, ਜਾਂ ਉਹਨਾਂ ਨੇ ਜੋ ਜਿਹੜੀ ਸਾਵਧਾਨੀਆਂ ਬਾਰੇ ਅਸੀਂ ਬਾਰ-ਬਾਰ ਜਾਗਰੂਕਤਾ ਫੈਲਾਉਂਦੇ ਸੀਗੇ ਉਹਨਾਂ ਨੇ ਨਹੀਂ ਫੋਲੋ ਕੀਤਾ। ਵਾਇਰਸ ਹੌਲੀ ਹੌਲੀ ਆਪਣਾ ਇਨਫੈਕਟਿਵ ਜਿਹੜਾ ਰੂਪ ਸੀਗਾ ਉਹ ਧਾਰਨ ਕਰਦਾ ਰਿਹਾ। ਮੇ ਬੀ ਥੋੜ੍ਹੀਆਂ ਕੋਈ ਸਟ੍ਰੇਨਸ ਵਿੱਚ ਵੇਰੀਐਂਟ ਵੀ ਆਏ ਆ, ਉਹ ਹੋਰ ਇਨਫੈਕਟਿਵ ਹੋ ਗਿਆ ਮਿਊਟੇਸ਼ਨ ਹੋਣ ਕਰਕੇ। ਉਸ ਤੋਂ ਬਾਅਦ ਫੈਬਰਰੀ ਤੋਂ ਬਾਅਦ ਉਹ ਲਗਾਤਾਰ ਇੱਕ ਮਤਲਬ ਇਨਫੈਕਟਿਵ ਰੂਪ ਜਾਂ ਥੋੜ੍ਹਾ ਵਿਕਰਾਲ ਰੂਪ ਧਾਰਨ ਕਰਕੇ ਉਹ ਫੈਲਦਾ ਰਿਹਾ ਅਤੇ ਉਹਨੇ ਇੱਕ ਸੈਕਿੰਡ ਵੇਵ ਦੇ ਰੂਪ ਵਿੱਚ ਉਹ ਆਪਣੇ ਵਿੱਚ ਆਏ। ਸੋ ਕਿਤੇ ਨਾ ਕਿਤੇ ਜਿਸ ਤਰ੍ਹਾਂ ਸਰ ਨੇ ਗੱਲ ਕੀਤੀ ਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਸਾਨੂੰ ਸਾਵਧਾਨੀਆਂ ਸ਼ਾਇਦ ਅਸੀਂ ਕਿਤੇ ਅਣਗੌਲੇ ਹੋ ਗਏ ਔਰ ਜਿਹੜਾ ਉਹਦਾ ਰੂਪ ਜਿਹੜਾ ਸਾਨੂੰ ਬਹੁਤ ਮਿਊਟੈਂਟ ਹੋਣ ਕਰਕੇ ਦਿਖਿਆ। ਡਾਕਟਰ ਸਾਹਿਬ ਚੂੰਕਿ ਸੈਕਿੰਡ ਵੇਵ ਆਲਮੋਸਟ ਇਸ ਵੇਲੇ ਅਸੀਂ ਪਾਸ ਕਰ ਰਹੇ ਹਾਂ ਔਰ ਬਹੁਤ ਜ਼ਿਆਦਾ ਮਹਾਮਾਰੀ ਦੇਖਣ ਨੂੰ ਮਿਲੀ। ਇਹ ਵੀ ਆਸ਼ੰਕਾ ਕਿ ਹੁਣ ਥਰਡ ਵੇਵ ਦਾ ਜ਼ਿਕਰ ਜਿਹੜਾ ਹੋ ਰਿਹਾ, ਸੋ ਉਸ ਨੂੰ ਰੋਕਣ ਵਾਸਤੇ ਸਾਨੂੰ ਕੀ ਪ੍ਰੀਵੈਂਟਿਵ ਮੇਜਰਸ ਤੁਸੀਂ ਸੁਜੈਸਟ ਕਰਦੇ ਹੋ ਤਾਂ ਕਿ ਅਸੀਂ ਉਸ ਨੂੰ ਅਪਣਾ ਸਕੀਏ? ਪਹਿਲਾਂ ਤਾਂ ਅਸੀਂ ਸੈਕਿੰਡ ਵੇਵ ਔਰ ਥਰਡ ਵੇਵ ਦੀ ਗੱਲ ਕਰੀਏ ਕਿ ਕੀ ਇਹਨਾਂ ਦੇ ਵਿੱਚ ਕੋਈ ਗੈਪ ਆਏਗਾ ਜਾਂ ਨਹੀਂ ਆਏਗਾ ਜੀ, ਔਰ ਇਹ ਐਕਚੁਅਲ 'ਚ ਅਸੀਂ ਵੇਵ ਕਿਉਂ ਕਹਿ ਰਹੇ ਹਾਂ ਇਹਨਾਂ ਨੂੰ। ਇਹ ਕਰੋਨਾ ਇੱਕ ਕੰਟੀਨਿਊਸ ਪ੍ਰੋਸੈਸ ਹੈ ਜੀ, ਇਨਫੈਕਸ਼ਨ ਕਿਤੇ ਗਈ ਨਹੀਂ, ਨਾ ਹੀ ਹਾਲੇ ਇਹ ਜਾਣੀ ਹੈ ਕਿਤੇ ਵੀ ਜੀ। ਸੋ ਅਸੀਂ ਇਹਦੇ 'ਤੇ ਰੋਕਥਾਮ ਕਰਨੀ ਹੈ ਔਰ ਰੋਕਥਾਮ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹਨੂੰ ਅਸੀਂ ਮੈਡੀਕਲ ਟਰਮਸ ਦੇ ਵਿੱਚ ਅਸੀਂ ਕਹਿੰਦੇ ਕੋਵਿਡ ਐਪਰੋਪਰੀਏਟ ਬਿਹੇਵੀਅਰ। ਜੀ, ਸਰਕਾਰ ਸਾਡੀ ਇੰਨਾ ਜ਼ੋਰ ਲਾ ਰਹੀ ਹੈ ਪਿਛਲੇ 1.5 ਸਾਲ ਤੋਂ ਐਜੂਕੇਟ ਕਰਨ ਲਈ ਕਿ ਕੋਵਿਡ ਐਪਰੋਪਰੀਏਟ ਬਿਹੇਵੀਅਰ ਕੀ ਹੈ। ਜੀ, ਉਹਦੇ 'ਚ ਮਾਸਕ, ਸੋਸ਼ਲ ਡਿਸਟੈਂਸਿੰਗ ਜਾਂ ਫਿਜ਼ੀਕਲ ਡਿਸਟੈਂਸਿੰਗ ਤੇ ਬਾਰ-ਬਾਰ ਹੱਥ ਧੋਣ ਦੀ ਜਿਹੜੀ ਪਰਸਨਲ ਹਾਈਜੀਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਜੇ ਅਸੀਂ ਹਾਲੇ ਵੀ ਅਪਣਾਉਂਦੇ ਹਾਂ ਤੇ ਕੋਵਿਡ ਜਿਹੜਾ ਹੈਗਾ ਅਗਲੇ 2-3 ਮਹੀਨਿਆਂ 'ਚ ਬਹੁਤ ਘਟ ਜਾਏਗਾ ਜਿੱਦਾਂ ਕਿ ਹੁਣ ਘਟਣਾ ਸ਼ੁਰੂ ਹੋ ਗਿਆ। ਸਭ ਤੋਂ ਵੱਡੀ ਜਿਹੜੀ ਵੈਕਸੀਨ ਹੈ ਉਹ ਕੋਵਿਡ ਐਪਰੋਪਰੀਏਟ ਬਿਹੇਵੀਅਰ ਹੀ ਹੈ। ਅਸੀਂ ਵੈਕਸੀਨ ਲਵਾ ਲਈ ਹੈ ਫਿਰ ਵੀ ਸਾਨੂੰ ਕੋਵਿਡ ਐਪਰੋਪਰੀਏਟ ਬਿਹੇਵੀਅਰ ਚਾਹੀਦਾ ਹੀ ਚਾਹੀਦਾ ਜੀ। ਸੋ ਸਭ ਤੋਂ ਜ਼ਿਆਦਾ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਅਸੀਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਰੱਖੀਏ। ਮਾਸਕ, ਸੈਨੀਟਾਈਜੇਸ਼ਨ ਤੇ ਸੋਸ਼ਲ ਡਿਸਟੈਂਸਿੰਗ। ਜੀ, ਕਿਤੇ ਵੀ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜ਼ਿੰਦਗੀ ਦੇ ਵਿੱਚ ਜਿਹੜੀ ਕਿ ਆਪਣੀ ਜਾਨ ਤੋਂ ਜ਼ਿਆਦਾ ਪਿਆਰੀ ਹੈ। ਜੀ, ਜੇ ਅਸੀਂ ਨਹੀਂ ਕਰਾਂਗੇ ਤੇ ਸਾਡੀ ਹੀ ਜਾਨ ਜਾਣੀ ਹੈ। ਜਿੱਦਾਂ ਕਿ ਹੁਣ ਤੁਸੀਂ ਦੇਖ ਲਓ ਸਾਡੇ ਦੇਸ਼ ਦੇ ਵਿੱਚ 3 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਜੀ, ਔਰ ਇੱਕ ਐਸਟੀਮੇਟ ਹੈ ਕਿ ਜੇ ਅਸੀਂ ਇਦਾਂ ਹੀ ਚੱਲਦੇ ਰਹੇ ਤੇ 10 ਲੱਖ ਮੌਤਾਂ ਹੋਣਗੀਆਂ ਜੀ। ਸੋ ਕਿਤੇ ਨਾ ਕਿਤੇ ਬੜਾ ਵਿਕਰਾਲ ਔਰ ਘਾਤਕ ਰੂਪ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਔਰ ਇੱਕੋ ਹੀ ਮੂਲ ਮੰਤਰ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ। ਅਸੀਂ ਅੱਜ ਗੱਲਬਾਤ ਵੀ ਕਰ ਰਹੇ ਹਾਂ ਔਰ ਸੋਸ਼ਲ ਡਿਸਟੈਂਸ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਮਾਸਕ ਲਗਾਉਣਾ ਔਰ ਜਿਹੜਾ ਹੱਥ ਬਾਰ-ਬਾਰ ਧੋਣੇ। ਸੋ ਸਾਡੇ ਦਰਸ਼ਕਾਂ ਨੂੰ ਅਪੀਲ ਵੀ ਹੈ ਦੂਰਦਰਸ਼ਨ ਵੱਲੋਂ ਕਿ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਵਿੱਚ ਸਾਨੂੰ ਮੂਲ ਮੰਤਰ ਦੇ ਤੌਰ 'ਤੇ ਅਪਣਾਉਣੀਆਂ ਪੈਣਗੀਆਂ। ਮੈਂ ਸਰ ਤੁਹਾਡੇ ਕੋਲੋਂ ਚੂੰਕਿ ਪ੍ਰਸ਼ਾਸਨ ਨੇ ਇਹਦੇ ਉੱਤੇ ਬਹੁਤ ਸਾਰੀ ਬਿਉਂਤਬੰਦੀ ਕੀਤੀ ਔਰ ਬਹੁਤ ਵਾਰੀ ਇਹੋ ਜਿਹਾ ਵੀ ਹੁੰਦਾ ਕਿ ਕਿਸੇ ਇਲਾਕੇ ਵਿੱਚ ਬਹੁਤ ਸਾਰੇ ਪੇਸ਼ੈਂਟ ਜਿਹੜੇ ਕੋਵਿਡ ਦੇ ਆਉਂਦੇ
ਮਾਈਕਰੋ ਕੰਟੇਨਮੈਂਟ ਜ਼ੋਨ ਔਰ ਕੰਟੇਨਮੈਂਟ ਜ਼ੋਨ ਤੁਸੀਂ ਬਣਾਉਂਦੇ ਹੋ, ਸੋ ਕਿਸ ਤਰੀਕੇ ਨਾਲ ਉੱਥੋਂ ਦੀ ਮੂਵਮੈਂਟ ਤੁਸੀਂ ਚੈੱਕ ਕਰਦੇ ਹੋ ਔਰ ਲੋਕਾਂ ਦਾ ਰਹਿਣ ਸਹਿਣ ਜਿਹੜਾ ਉਸ ਨੂੰ ਗਾਈਡ ਕਰਦੇ ਹੋ? ਹਰ ਇੱਕ ਦਿਨ ਜਦੋਂ ਟੈਸਟ ਦਾ ਰਿਜ਼ਲਟ ਆਉਂਦਾ ਹੈ ਤੇ ਜਿਸ ਇਲਾਕੇ ਵਿੱਚ ਵੀ 5 ਤੋਂ ਜ਼ਿਆਦਾ ਲੋਕ ਆਉਂਦੇ ਆ ਪੋਜ਼ਿਟਿਵ, ਤਾਂ ਅਸੀਂ ਉਹਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਡਿਕਲੇਅਰ ਕਰ ਦਿੰਦੇ ਹਾਂ। ਜੇਕਰ 15 ਤੋਂ ਜ਼ਿਆਦਾ ਆਉਂਦੇ ਆ ਤਾਂ ਉਹਨੂੰ ਇੱਕ ਕੰਟੇਨਮੈਂਟ ਜ਼ੋਨ ਬਣਾ ਦਿੰਦੇ। ਜਿਵੇਂ ਅੱਜ ਤੁਸੀਂ ਦੇਖ ਸਕਦੇ ਹੋ, ਅੱਜ ਦੇ ਸਮੇਂ ਵਿੱਚ 10 ਸਾਡੇ ਕੰਟੇਨਮੈਂਟ ਮਾਈਕਰੋ ਕੰਟੇਨਮੈਂਟ ਜ਼ੋਨ ਨੇ ਤੇ 2 ਕੰਟੇਨਮੈਂਟ ਜ਼ੋਨ ਨੇ। ਤੇ ਉਸ ਜਿਹੜੀ ਏਰੀਆ ਹੁੰਦਾ ਹੈ ਉਹਦੇ ਉੱਤੇ ਅਸੀਂ ਨਾਕਾਬੰਦੀ ਕਰ ਦਿੰਦੇ ਹਾਂ ਤੇ ਲੋਕਾਂ ਦੀ ਮੂਵਮੈਂਟ ਦੇ ਉੱਤੇ ਰਿਸਟ੍ਰਿਕਸ਼ਨ ਹੁੰਦੀਆਂ। ਨਾਲ ਦੇ ਨਾਲ ਹੈਲਥ ਟੀਮਾਂ ਉਹਨਾਂ ਦਾ ਸਰਵੇ ਸ਼ੁਰੂ ਕਰ ਦਿੰਦੀਆਂ ਡੋਰ ਟੂ ਡੋਰ ਕਿ ਕਿਸੇ ਵੀ ਵਿਅਕਤੀ ਨੂੰ ਉੱਥੇ ਰਹਿੰਦੇ ਨੂੰ ਕੋਈ ਸਿੰਪਟਮ ਤਾਂ ਨਹੀਂ। ਨਾਲ ਹੀ ਅਸੀਂ ਸੈਂਪਲਿੰਗ ਉੱਥੇ ਸਟਾਰਟ ਕਰ ਦਿੰਦੇ ਹਾਂ ਤਾਂ ਕਿ ਜਿਹੜੀ ਬਿਮਾਰੀ ਹੈ ਉਹਨੂੰ ਰਿਸਟ੍ਰਿਕਟ ਕੀਤਾ ਜਾ ਸਕੇ, ਉਸ ਏਰੀਆ ਦੇ ਵਿੱਚ ਹੋਰ ਨਾ ਫੈਲੇ। ਜੀ, ਸੋ ਬਹੁਤ ਮਹੱਤਵਪੂਰਨ ਹੈ ਕਿ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਦੀ ਮੂਵਮੈਂਟ ਜਿਹੜੀ ਤਾਂ ਕਿ ਸਪਰੈਡ ਆਊਟ ਨਾ ਹੋ ਸਕੇ। ਸੋ ਸਾਨੂੰ ਪ੍ਰਸ਼ਾਸਨ ਨੂੰ ਇਸ ਮਸਲੇ ਵਿੱਚ ਸਹਿਯੋਗ ਕਰਨ ਦੀ ਲੋੜ ਹੈ। ਕਿਤੇ ਨਾ ਕਿਤੇ ਜਦੋਂ ਵੀ ਕੋਈ ਇਹੋ ਜਿਹਾ ਇਲਾਕਾ ਜਿੱਥੇ ਥੋੜ੍ਹੇ ਜਿਹੇ ਮਰੀਜ਼ ਵੱਧਦੇ ਆ, ਸੋ ਉੱਥੇ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਤਾਂ ਕਿ ਬਾਕੀ ਸਮਾਜ ਨੂੰ ਅਸੀਂ ਇਸ ਤੋਂ ਬਚਾ ਸਕੀਏ। ਡਾਕਟਰ ਸਾਹਿਬ, ਇੱਕ ਚੀਜ਼ ਆਮ ਤੌਰ 'ਤੇ ਇਸ ਵੇਲੇ ਦੇਖਦੇ ਹਾਂ ਕਿ ਬਹੁਤ ਵਾਰੀ ਬਹੁਤ ਸਾਰੇ ਪੇਸ਼ੈਂਟਸ ਹੈਗੇ ਜਿਨ੍ਹਾਂ ਦੀ ਰਿਪੋਰਟ ਜਿਹੜੀ ਹੈ ਉਹ ਨੈਗੇਟਿਵ ਹੁੰਦੀ ਹੈ, ਲੇਕਿਨ ਉਹਨਾਂ ਨੂੰ ਸਿੰਪਟਮਸ ਹੁੰਦੇ ਆ। ਸੋ ਇਹੋ ਜਿਹੇ ਲੋਕਾਂ ਨੂੰ ਤੁਸੀਂ ਕੀ ਐਡਵਾਈਸ ਕਰਦੇ ਹੋ ਕਿਸ ਤਰੀਕੇ ਦੇ ਨਾਲ? ਸਾਡੀਆਂ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਬੜੀਆਂ ਕਲੀਅਰ ਹੈ। ਜਿਹੜੀ ਪੋਜ਼ਿਟਿਵ ਰਿਪੋਰਟ ਅੱਜ ਕੱਲ੍ਹ ਸਿਰਫ 50% ਲੋਕਾਂ ਦੀ ਹੀ ਆ ਰਹੀ ਹੈ, ਪੇਸ਼ੈਂਟਸ ਦੀ ਆ ਰਹੀ ਹੈ। ਬਾਕੀਆਂ ਦੀ ਸਾਰਿਆਂ ਦੀ ਰਿਪੋਰਟ ਜਿਹੜੀ ਹੈ ਨੈਗੇਟਿਵ ਆਉਂਦੀ ਹੈ। ਤਾਂ ਅਸੀਂ ਬਹੁਤ ਸਾਰੇ ਫੈਕਟਰਸ ਤੇ ਕੋਵਿਡ ਦਾ ਡਾਇਗਨੋਸਿਸ ਬਣਾਉਂਦੇ ਹਾਂ, ਜਿਨ੍ਹਾਂ 'ਚੋਂ ਇੱਕ ਕਲੀਨਿਕਲ ਸਾਡੀ ਅਸੈਸਮੈਂਟ ਹੈ, CT ਸਕੈਨ ਹੈ, ਬਲੱਡ ਦੇ ਟੈਸਟ ਨੇ। ਜਿਹੜੀ ਤੁਸੀਂ ਨੈਗੇਟਿਵ ਰਿਪੋਰਟ ਕਰਦੇ ਹੋ RT-PCR ਤੇ ਰੈਪਿਡ ਐਂਟੀਜਨ। ਰੈਪਿਡ ਐਂਟੀਜਨ ਦੀ ਵੈਸੇ ਵੀ 30% ਹੀ ਪੋਜ਼ਿਟਿਵਿਟੀ ਰੇਟ ਹੈ। RT-PCR ਕਿਉਂਕਿ ਸਟ੍ਰੇਨ ਇਹਦਾ ਕਾਰਨ ਨਹੀਂ ਹਾਲੇ ਤੱਕ ਲੱਭ ਸਕੇ ਕਿ ਨੈਗੇਟਿਵ ਰਿਪੋਰਟਸ ਕਿਉਂ ਆ ਰਹੀਆਂ। ਹੋ ਸਕਦਾ ਸਟ੍ਰੇਨ ਚੇਂਜ ਹੋ ਗਿਆ, ਪਰ ਇਹ ਕੋਈ ਇਹਦੇ 'ਚ ਇਸ ਵੇਲੇ ਕੋਈ ਨਹੀਂ ਕਿ ਜੇ ਤੁਸੀਂ ਹਸਪੀਟਲ ਜਾਂਦੇ ਹੋ ਤਾਂ ਤੁਹਾਨੂੰ ਹਸਪੀਟਲ ਡਾਕਟਰ ਇਹ ਕਹਿੰਦਾ ਕਿ ਤੁਹਾਨੂੰ ਕੋਵਿਡ ਹੈ ਪਰ ਤੁਹਾਡੀ ਰਿਪੋਰਟ ਨੈਗੇਟਿਵ ਹੈ। ਤੇ ਇਹ ਨਹੀਂ ਹੈ ਕਿ ਤੁਸੀਂ ਉਹਦੀ ਗੱਲ 'ਤੇ ਯਕੀਨ ਨਾ ਕਰੋ, ਕਿਉਂਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਕਿ ਕੋਵਿਡ ਦਾ ਡਾਇਗਨੋਸਿਸ ਹੁੰਦਾ। ਜੀ, ਸੋ ਸਿੰਪਟਮਸ ਜਿਹੜੇ ਆ ਉਹ ਕਿਤੇ ਨਾ ਕਿਤੇ ਇੰਪੋਰਟੈਂਟ ਹੈ। ਸਾਨੂੰ ਰਿਪੋਰਟ ਜਿਹੜੀ ਅਗਰ ਨੈਗੇਟਿਵ ਵੀ ਹੈ, ਅਗਰ ਸਿੰਪਟਮ ਪੋਜ਼ਿਟਿਵ ਸਾਨੂੰ ਨਜ਼ਰ ਆਉਂਦੇ ਆ ਤਾਂ ਸਾਨੂੰ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰਨਾ ਚਾਹੀਦਾ। ਮੈਂ ਸਰ ਤੁਹਾਡੇ ਕੋਲੋਂ ਕਿ ਇਸ ਵੇਲੇ SDM ਸਾਹਿਬ ਕਿ ਇਸ ਟ੍ਰੀਟਮੈਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੁਝ ਐਕਸਪੋਜ਼ ਇੱਕ ਕਿਸਮ ਨਾਲ ਅਸੀਂ ਕਹਿ ਸਕਦੇ ਹੋਈਆਂ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਤਿਆਰੀ ਸੀ ਅਣਗੌਲੀ ਰਹੀ। ਆਕਸੀਜਨ ਦੀ ਸ਼ਾਰਟੇਜ ਜਿਹੜੀ ਸੀ ਉਸ ਨੂੰ ਕਵਰ ਅਪ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਸਟੈਪਸ ਉਠਾਏ, ਸੋ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ। ਹਾਂਜੀ, ਇਹ ਸੈਕਿੰਡ ਵੇਵ ਵਿੱਚ ਕਾਫੀ ਚੈਲੰਜਿੰਗ ਰਿਹਾ ਆਕਸੀਜਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਜਿਹੜੇ ਹਸਪੀਟਲਸ ਹੈ ਉਹਨਾਂ ਨੂੰ ਪੂਰੀ ਕਰਨਾ। ਅਸੀਂ ਜਿਵੇਂ 2 ਆਕਸੀਜਨ ਪਲਾਂਟ ਨੇ ਜਲੰਧਰ ਦੇ ਵਿੱਚ, ਇੱਕ ਸ਼ਕਤੀ ਗਰਾਜਨ ਹੈ, ਇੱਕ IAP। ਕੰਬਾਈਨਡ ਕਪੈਸਿਟੀ ਇਹ ਪਲਾਂਟਾਂ ਦੀ ਰਹੀ ਹੈ 2200 ਦੇ ਤਕਰੀਬਨ, ਲੇਕਿਨ ਸਾਡੀ ਆਕਸੀਜਨ ਦੀ ਰਿਕੁਆਇਰਮੈਂਟ ਕਾਫੀ ਵੱਧ ਗਈ ਸੀਗੀ ਇਸ ਪ੍ਰਾਈਵੇਟ ਹਸਪੀਟਲ ਦੀ। ਅਸੀਂ ਵੀ ਟਰਾਈਡ ਆਰ ਬੈਸਟ ਕਿ ਅਸੀਂ ਲਿਕੁਇਡ ਆਕਸੀਜਨ ਬਾਹਰੋਂ ਮੰਗਵਾ ਕੇ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰ ਸਕੀਏ। DC ਜਲੰਧਰ ਸਾਹਿਬ ਵੱਲੋਂ 50 ਦੇ ਲਗਭਗ ਆਫਿਸਰ ਰਾਊਂਡ ਦੀ ਕਲੌਕ ਇਹ ਪਲਾਂਟ ਦੇ ਉੱਤੇ ਡਿਪਲੋਏ ਕੀਤੇ ਗਏ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਪਿਲਫਰੇਜ ਨਾ ਹੋਵੇ। ਅਸੀਂ ਹਰ ਇੱਕ ਹਸਪੀਟਲ ਨੂੰ ਰੋਜ਼ ਉਹਨਾਂ ਦੀ ਡਿਮਾਂਡ ਲਿੱਤੀ ਜਾਂਦੀ ਸੀ ਗੂਗਲ ਸ਼ੀਟ 'ਤੇ, ਰੋਜ਼ ਉਹਨਾਂ ਦੀ ਰਿਕੁਆਇਰਮੈਂਟ ਅਸੀਂ ਪੂਰੀ ਕੋਸ਼ਿਸ਼ ਕਰਦੇ ਸੀ ਪੂਰੀ ਕਰੀਏ। ਅਤੇ ਮੈਨੂੰ ਯਕੀਨ ਹੈ ਕਿ ਕੋਈ ਵੀ ਮਰੀਜ਼ ਜਲੰਧਰ ਵਿੱਚ ਕੋਵਿਡ ਦਾ ਆਕਸੀਜਨ ਸ਼ਾਰਟੇਜ ਕਰਕੇ ਉਹਦੀ ਮੌਤ ਨਹੀਂ ਹੋਈ ਹੈ। ਅਸੀਂ ਸਕਸੈਸਫੁਲ ਰਹੇ ਹਾਂ ਕਿ ਆਕਸੀਜਨ ਦੀ ਸ਼ਾਰਟੇਜ ਨੂੰ ਟੈਕਲ ਕਰਨ ਲਈ। ਹੁਣ ਦੇ ਟਾਈਮ ਦੇ ਵਿੱਚ ਜਿਹੜੇ 50 ਬੈੱਡਸ ਤੋਂ ਉੱਪਰ ਹਸਪੀਟਲ ਨੇ, 5-6 ਹਸਪੀਟਲਾਂ ਨੇ ਆਪਣੇ ਆਕਸੀਜਨ ਪਲਾਂਟ ਵੀ ਲਗਾ ਲਏ ਨੇ ਤਾਂ ਕਿ ਹੁਣ ਅੱਗੇ ਕੋਈ ਥਰਡ ਵੇਵ ਜਾਂ ਕੋਈ ਆਵੇ ਤਾਂ ਉੱਥੇ ਸ਼ਾਰਟੇਜ ਨਾ ਹੋਵੇ। ਅਸੀਂ ਆਕਸੀਜਨ ਕੰਸਨਟਰੇਟਰ ਵੀ ਪਰਚੇਜ਼ ਕੀਤੇ ਨੇ ਸਿਵਲ ਹਸਪੀਟਲ ਲਈ, ਰੈੱਡ ਕਰਾਸ ਲਈ ਵੀ ਅਸੀਂ ਰੱਖੇ ਨੇ ਉਹਨਾਂ ਮਰੀਜ਼ਾਂ ਲਈ ਜਿਹੜੇ ਰਿਕਵਰ ਕਰ ਜਾਂਦੇ ਲੇਕਿਨ ਉਹਨਾਂ ਨੂੰ ਸਟਿਲ ਰਿਕੁਆਇਰਮੈਂਟ ਰਹਿੰਦੀ ਹੈ ਆਕਸੀਜਨ ਦੀ। ਉਹ ਥਰੂ ਰੈੱਡ ਕਰਾਸ ਵੀ ਅਸੀਂ ਨੋਮੀਨਲ ਰੇਟ ਦੇ ਉੱਤੇ ਦੇ ਰਹੇ ਹਾਂ। ਜੀ, ਸੋ ਪ੍ਰਸ਼ਾਸਨ ਨੇ ਬਹੁਤ ਵਿਉਂਤਬੰਦੀ ਕੀਤੀ ਔਰ ਕਿਤੇ ਨਾ ਕਿਤੇ ਜਿਹੜੀਆਂ ਇਹ ਚੀਜ਼ਾਂ ਦੀ ਘਾਟ ਜਿਹੜੀ ਸੀ ਉਸ ਨੂੰ ਦੂਰ ਕਰਨ ਵਾਸਤੇ ਬਹੁਤ ਪ੍ਰੋਮਪਟ ਜਿਹੜੇ ਇਹਨਾਂ ਨੇ ਕਦਮ ਚੁੱਕੇ, ਜਿਹਦੇ ਨਾਲ ਇਹ ਜਿਹੜੀ ਅਸੀਂ ਸੈਕੰਡ ਵੇਵ ਜਿਹੜੀ ਹੈ ਉਸ ਨੂੰ ਕਵਰ ਅਪ ਕਰਨ ਦੇ ਵਿੱਚ ਆਸਾਨੀ ਰਹੀ। ਸਰ, ਆਕਸੀਜਨ ਕੰਸਨਟਰੇਟਰਸ ਦੀ ਗੱਲ ਸਰ ਨੇ ਕੀਤੀ, ਸੋ ਇਸ ਦੀ ਕੀ ਭੂਮਿਕਾ ਹੁੰਦੀ ਕਰੋਨਾ ਟ੍ਰੀਟਮੈਂਟ ਦੇ ਵਿੱਚ? ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ। ਜਿਹੜਾ ਸ਼ੁਰੂ ਦੇ ਵਿੱਚ ਜਿਹੜਾ ਕੋਵਿਡ ਡਾਇਗਨੋਸਿਸ ਹੁੰਦਾ ਜੀ, ਉਹਦੇ ਵਿੱਚ ਆਕਸੀਜਨ ਕੰਸਨਟਰੇਟਰ ਦੀ ਕੋਈ ਐਸੀ ਖਾਸ ਭੂਮਿਕਾ ਨਹੀਂ ਹੈ ਜੀ, ਬਿਕੋਜ਼ ਇਹਦੀ ਜਿਹੜੀ ਫਲੋ ਰੇਟ ਹੈ 5 ਔਰ 10 ਤੋਂ ਨੀਚੇ ਰਹਿੰਦਾ ਜੀ। ਹੁੰਦਾ ਕੀ ਹੈ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਸੈਲਫ ਕੌਨਫੀਡੈਂਸ ਆ ਜਾਂਦਾ ਕਿ ਅਸੀਂ ਜੀ ਆਕਸੀਜਨ ਲਾ ਲਈ ਜੀ,
ਆਕਸੀਜਨ ਕੋਈ ਪੈਰਾਸੀਟਾਮੋਲ ਜਾਂ ਐਸਪਰੀਨ ਨਹੀਂ ਹੈ ਜੀ ਕਿ ਅਸੀਂ ਉਹਨੂੰ ਪੈਰਾਸੀਟਾਮੋਲ ਮੰਗਰ ਜਾਂ ਐਸਪਰੀਨ ਮੰਗਰ ਦੇ ਦਈਏ। ਜਿਹੜਾ ਕੋਵਿਡ ਦੇ ਪਹਿਲੇ 2-3 ਦਿਨ 4 ਦਿਨ ਦਾ ਜਿਹੜਾ ਮਰੀਜ਼ ਹੈ ਜਿਹਨੂੰ ਆਕਸੀਜਨ ਦੀ ਲੋੜ ਹੈ, ਜੇ ਉਹਦੇ ਕੋਲ ਮੈਡੀਕਲ ਸੁਪਰਵਿਜ਼ਨ ਨਹੀਂ ਹੈ ਜੀ ਤੇ ਉਹਨੂੰ ਆਕਸੀਜਨ ਕੰਸਨਟ੍ਰੇਟਰ ਘਰ 'ਚ ਨਹੀਂ ਸਪਲਾਈ ਕਰਨਾ ਚਾਹੀਦਾ। ਜਿਹੜਾ ਕੋਵਿਡ ਤੋਂ ਰਿਕਵਰ ਕਰ ਗਿਆ ਪੇਸ਼ੈਂਟ, ਜੀ ਫਿਰ ਉਹਨੂੰ ਲੋੜ ਹੈ ਆਕਸੀਜਨ ਦੀ ਘਰ 'ਚ, ਉਹਨੂੰ ਅਸੀਂ ਆਕਸੀਜਨ ਕੰਸਨਟ੍ਰੇਟਰ ਜੀ ਦੇ ਸਕਦੇ ਹਾਂ। ਜੀ ਜੀ ਉਹਦੇ ਲਈ ਫਾਇਦੇਮੰਦ ਹੈ। ਪਰ ਜਿਹੜਾ ਹਾਲੇ ਪੇਸ਼ੈਂਟ ਡਾਇਗਨੋਸ ਹੋਇਆ, ਹਾਲੇ ਉਹਦੀ ਅਸੈਸਮੈਂਟ ਨਹੀਂ ਹੋਈ ਪੂਰੀ ਕਿ ਉਹਨੂੰ ਆਕਸੀਜਨ ਦੀ ਕਿੰਨੀ ਦੀ ਲੋੜ ਹੈ, ਪ੍ਰੈਸ਼ਰ ਨਾਲ ਚਾਹੀਦੀ ਹੈ, ਕਿੰਨੇ ਪ੍ਰੈਸ਼ਰ ਨਾਲ ਚਾਹੀਦੀ ਹੈ, ਕਿੰਨੀ ਆਕਸੀਜਨ ਚਾਹੀਦੀ ਹੈ, ਉਹਦੇ ਲਈ ਉਹਨੂੰ ਇੱਕ ਅਸੀਂ ਉਹ ਆਪਣੇ ਆਪ ਨੂੰ ਧੋਖੇ 'ਚ ਰੱਖਦਾ ਜੀ ਕਿ ਮੇਰੇ ਤਾਂ ਆਕਸੀਜਨ ਲੱਗ ਗਈ ਤਾਂ ਮੈਂ ਤਾਂ ਠੀਕ ਹੈ। ਜੀ ਇਸ ਕਰਕੇ ਉਸ ਕੇਸ ਦੇ ਵਿੱਚ ਅਸੀਂ ਆਕਸੀਜਨ ਕੰਸਨਟ੍ਰੇਟਰ ਨਹੀਂ ਦੇਣਾ ਚਾਹੀਦਾ। ਜਿਹੜਾ ਰਿਕਵਰ ਕਰ ਗਿਆ ਪੇਸ਼ੈਂਟ, ਜਿਹਨੇ ਘਰ ਚਲੇ ਜਾਣਾ, ਜੀ। ਘਰ ਜਾ ਕੇ ਉਹ ਆਪਣਾ ਜਿਹਨੂੰ ਆਕਸੀਜਨ ਦੀ ਲੋੜ ਹੈ ਉਹਨੂੰ ਆਕਸੀਜਨ ਕੰਸਨਟ੍ਰੇਟਰ ਚਾਹੀਦਾ। ਉਹਦੇ ਨਾਲ ਹਸਪੀਟਲ ਦੀ ਜਿਹੜੀ ਸਟੇ ਹੈ ਉਹ ਘਟ ਜਾਏਗੀ, ਹਸਪੀਟਲ ਸੇ ਜਿਹੜਾ ਪ੍ਰੈਸ਼ਰ ਹੈ ਬੈੱਡ ਸੇ ਉਹ ਘਟ ਜਾਏਗਾ। ਜੀ ਸੋ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਡਾਕਟਰਸ ਦੀ ਕੰਸੈਂਟ ਦੇ ਵਿੱਚ ਰਹਿਣਾ ਪਏਗਾ, ਔਰ ਅਗਰ ਸਾਨੂੰ ਕੋਈ ਸਿੰਪਟਮ ਹੈ ਤਾਂ ਸਾਨੂੰ ਡਾਕਟਰ ਜਿਸ ਤਰੀਕੇ ਨਾਲ ਐਡਵਾਈਸ ਕਰਦੇ, ਔਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਘਰ ਦੇ ਵਿੱਚ ਅਸੀਂ ਆਫਟਰ ਟ੍ਰੀਟਮੈਂਟ ਜਿਹੜਾ ਕੰਸਨਟ੍ਰੇਟਰ ਜਿਹੜਾ ਉਸ ਨੂੰ ਯੂਜ਼ ਕਰਨਾ। ਸਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਵੈਕਸੀਨੇਸ਼ਨ ਨੂੰ ਲੈ ਕੇ ਪਹਿਲਾਂ ਜਿਹੜਾ ਸ਼ੁਰੂ ਵਿੱਚ ਕਾਫੀ ਮੋਟੀਵੇਸ਼ਨ ਲੈਵਲ ਜਿਹੜਾ ਸੀ ਘੱਟ ਨਜ਼ਰ ਆ ਰਿਹਾ ਸੀ, ਲੇਕਿਨ ਹੁਣ ਇਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਆ ਵੈਕਸੀਨੇਸ਼ਨ ਨੂੰ ਲੈ ਕੇ ਉਹਨਾਂ ਵਿੱਚ ਆ ਰਹੇ, ਔਰ ਕਿਤੇ ਨਾ ਕਿਤੇ ਸ਼ਾਰਟੇਜ ਜਿਹੜੀ ਆ ਉਹ ਨਜ਼ਰ ਆ ਰਹੀ। ਸੋ ਇਸ ਨੂੰ ਕੋਪ ਅਪ ਕਰਨ ਵਾਸਤੇ ਪ੍ਰਸ਼ਾਸਨ ਕੀ ਪਹਿਲ ਕਦਮੀਆਂ ਕਰ ਰਿਹਾ? ਦੇਖੋ ਹੁਣੇ ਥੋੜੀ ਵੈਕਸੀਨ ਦੀ ਚਾਹੇ ਸ਼ਾਰਟੇਜ ਹੈਗੀ ਹੈ, ਲੇਕਿਨ ਇਹ ਥਰੂ ਆਊਟ ਦ ਕੰਟਰੀ ਸ਼ਾਰਟੇਜ ਹੈਗੀ ਹੈ। ਸਾਨੂੰ ਜਿੰਨੀ ਵੀ ਵੈਕਸੀਨ ਆਉਂਦੀ ਹੈ ਅਸੀਂ ਆਲਵੇਜ਼ ਟਰਾਈ ਕਿ ਉਹ ਲੋਕਾਂ ਦੇ ਕੈਂਪਾਂ ਦੇ ਵਿੱਚ ਯੂਜ਼ ਹੋ ਜਾਏ ਜਾਂ ਕੋਈ ਡਿਸਪੈਂਸਰੀ ਦੇ ਵਿੱਚ ਯੂਜ਼ ਹੋ ਜਾਏ। ਥੋੜ੍ਹਾ ਜਿਹਾ ਹੁਣ ਦਿੱਕਤ ਆਈ ਹੈ, ਲੇਕਿਨ ਅਸੀਂ ਹੁਣ ਪ੍ਰਾਈਵੇਟ ਜਿੱਦਾਂ ਵੈਕਸੀਨ ਦੀ ਗੱਲ ਹੋ ਰਹੀ ਹੈਗੀ ਹੈ ਕਿ ਪੇਡ ਵੈਕਸੀਨ ਦੀ ਗੱਲ ਹੋ ਰਹੀ ਹੈ, ਅਸੀਂ ਇੱਕ ਸੈਂਟਰਲ ਸਟੇਟ ਨੇ ਬਣਾਇਆ ਹੋਇਆ ਸੈਂਟਰਲ ਅਕਾਊਂਟ, ਉਹਦੇ ਵਿੱਚ ਅਸੀਂ ਇੰਡਸਟਰੀਲਿਸਟ ਨੂੰ, ਪ੍ਰਾਈਵੇਟ ਹਸਪੀਟਲਸ ਨੂੰ ਮੋਟੀਵੇਟ ਕੀਤਾ ਹੈਗਾ ਕਿ ਜਿਹੜੇ ਉਹਨਾਂ ਦਾ ਸਟਾਫ ਹੈ ਜਾਂ ਉਹਨਾਂ ਦੇ ਕੋਲ ਜੇ ਪੇਡ ਫੈਸਿਲਿਟੀ ਬਣਾਉਣਾ ਚਾਹੁੰਦੇ ਨੇ ਤੇ ਬਣਾ ਸਕਦੇ, ਉਹ ਅੱਗੇ ਵੀ ਆਏ, ਉਹਨਾਂ ਦਾ ਚੰਗਾ ਰਿਸਪੌਂਸ ਆਇਆ। ਅਸੀਂ ਜ਼ਿਲ੍ਹੇ ਲੈਵਲ ਦੇ ਉੱਤੇ ਵੀ DC ਜਲੰਧਰ ਜੀ ਵੱਲੋਂ 3 ਪੇਡ ਸਾਈਟਸ ਦੀ ਤਿਆਰੀ ਕੀਤੀ ਗਈ ਹੈ। ਵੀ ਹੈਵ ਪਲੇਸ ਦੀ ਆਰਡਰ ਫॉर ਵੈਕਸੀਨਸ। ਸਾਨੂੰ ਵੇਟ ਹੈ ਜਦੋਂ ਵੈਕਸੀਨ ਸਾਨੂੰ ਮਿਲਦੀ ਹੈ ਅਸੀਂ ਉਹ ਵੀ ਸਾਈਟਸ ਸ਼ੁਰੂ ਕਰ ਦਾਂਗੇ। ਨਾਲ ਜਿਹੜੀ ਵੈਕਸੀਨ ਗੌਰਮੈਂਟ ਆਫ ਇੰਡੀਆ ਜਾਂ ਗੌਰਮੈਂਟ ਆਫ ਪੰਜਾਬ ਵੱਲੋਂ ਆਉਂਦੀ ਹੈ ਅਸੀਂ ਉਹਨੂੰ ਹਮੇਸ਼ਾ ਪਹਿਲ ਦੇ ਤੌਰ ਤੇ ਲੋਕਾਂ ਵਿੱਚ ਲਗਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡੇ ਕੋਲੋਂ ਕਿ ਵੈਕਸੀਨੇਸ਼ਨ ਨੂੰ ਲੈ ਕੇ ਇੱਕ ਚੀਜ਼ ਇਹ ਹੈ ਕਿ ਪ੍ਰੈਗਨੈਂਟ ਵੂਮਨ ਜਿਹੜੀਆਂ ਹੈ ਕੀ ਉਹਨਾਂ ਨੂੰ ਵੈਕਸੀਨੇਸ਼ਨ 'ਚ ਜਾਣਾ ਚਾਹੀਦਾ, ਔਰ ਜਾਂ ਜਿਹੜੀ ਸਰਜਰੀ ਵਾਲੇ ਆਪਾਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਇੱਕ ਦਰਸ਼ਕ ਸਾਡੇ ਨਾਲ ਫੋਨ ਤੇ ਜੁੜ ਚੁੱਕੇ, ਇਹਨਾਂ ਦੀ ਗੱਲ ਸ਼ਾਮਿਲ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਹੈਲੋ, ਮੰਚ ਤੇ ਬੈਠੇ ਸਾਰੇ ਪਰਸਨ ਨੂੰ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਾਸਟਰ ਸੁਖਦੇਵ ਸਿੰਘ ਗਿੱਲ ਬੋਲਦਾ ਜੀ, ਪੰਜਾਬਾ ਪਿੰਡ ਤੋਂ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਬੜਾ ਭਿਆਨਕ ਡਾਕਟਰ ਸਾਹਿਬ ਜਿਹੜਾ ਸਮਾਂ ਸਾਡੇ ਤੇ ਚੱਲ ਰਿਹਾ, ਸਾਨੂੰ ਸੇਫਟੀ ਰੱਖਣੀ ਚਾਹੀਦੀ ਆ ਔਰ ਆਪਣੀ ਜੀਵਨ ਦਾ ਤੇ ਦੂਜਿਆਂ ਦੇ ਜੀਵਨ ਦਾ ਵੀ ਖਿਆਲ ਰੱਖਣਾ ਚਾਹੀਦਾ ਜੀ। 2 ਗੱਲਾਂ ਮੈਂ ਪੁੱਛਣਾ ਚਾਹੁੰਦਾ ਮਹਿਰ ਮਹਿਮਾਨ ਤੋਂ। ਪਹਿਲਾ ਸਵਾਲ ਇਹ ਹੈ ਜੀ, ਆਮ ਤੌਰ ਤੇ ਕੀ ਹੁੰਦਾ ਹੈ ਵੀ ਅਸੀਂ ਕਈ ਵਾਰੀ ਜਿਹੜਾ ਪੇਸ਼ੈਂਟ ਹੈ ਦੋਵੇਂ ਡੋਜ਼ ਵੀ ਕੰਪਲੀਟ ਕਰਵਾ ਲੈਂਦਾ, ਉਹਦੇ ਵਿੱਚ ਅਸੀਂ ਹਸਪੀਟਲ ਵੱਲੋਂ ਕਿੰਨੀ ਸ਼ੋਰਟੀ ਇਹ ਗੱਲ ਕਹਿ ਸਕਦੇ ਹਾਂ ਵੀ ਇਹ ਮਤਲਬ ਜਿਹੜਾ ਵਰਕਰ ਵਾ ਇਹ ਕੰਮ ਤੇ ਜਾ ਸਕਦਾ ਹੈ, ਕਿੰਨੇ % ਸ਼ੋਰਟੀ ਹੈ ਵੀ ਇਹਨੂੰ ਕੋਵਿਡ ਦੁਬਾਰਾ ਨਹੀਂ ਹੋ ਸਕਦਾ। ਦੂਜੀ ਗੱਲ ਇਹ ਹੈ ਜੀ, ਆਮ ਤੌਰ ਤੇ ਲੋਕਾਂ ਦੇ ਵਿੱਚ ਖਾਊਆ ਬਣ ਗਿਆ, ਇੱਕ ਰੂੜੀਵਾਦੀ ਵਿਚਾਰਾਂ ਕਰਕੇ ਆਸ-ਪਾਸ ਬੜਾ ਕੁਝ ਫੈਲ ਗਿਆ ਵੀ ਜੀ ਅਸੀਂ ਵੈਕਸੀਨ ਲਵਾਵਾਂਗੇ ਤੇ ਇਦਾਂ ਸਾਡੇ ਹੋ ਸਕਦਾ, ਸਾਡੀ ਡੈਥ ਹੋ ਜੇ, ਹੋ ਸਕਦਾ ਸਾਨੂੰ ਮਤਲਬ ਸਾਡੀ ਸਿਹਤ ਖਰਾਬ ਹੋ ਜੇ। ਇੱਕ ਲੋਕਾਂ ਵਿੱਚ ਇਹ ਵਿਚਾਰ ਫੈਲ ਗਈ ਕਿ ਕਿਸ ਤਰ੍ਹਾਂ ਜਿਹੜੀ ਇਮਿਊਨਿਟੀ ਪਾਵਰ ਆ ਉਹ ਡਾਕਟਰ ਸਾਹਿਬ ਕਹਿ ਰਹੇ ਹੁੰਦੇ ਆ ਵੀ ਇਹਨਾਂ ਦੀ ਇਮਿਊਨਿਟੀ ਪਾਵਰ ਜਿਹੜੀ ਉਹ ਘੱਟ ਹੈ, ਤਾਂ ਕਰਕੇ ਇਹਨਾਂ ਨੂੰ ਬੁਖਾਰ ਜਾਂ ਵੈਕਸੀਨ ਤੋਂ ਬਾਅਦ ਪ੍ਰੋਬਲਮ ਆਉਂਦੀ ਹੈ। ਕਿਸ ਤਰ੍ਹਾਂ ਦਾ ਪ੍ਰਬੰਧ ਹੈ ਹਸਪੀਟਲਾਂ ਦੇ ਵਿੱਚ ਇਮਿਊਨਿਟੀ ਪਾਵਰ ਚੈੱਕ ਕੀਤੀ ਜਾਵੇ, ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵੈਕਸੀਨੇਸ਼ਨ ਹੋ ਸਕੇ ਤੇ ਅਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੀਏ। ਧੰਨਵਾਦ, ਮਿਹਰਬਾਨੀ ਜੀ। ਡਾਕਟਰ ਸਾਹਿਬ ਮੈਂ ਚਾਹੂੰਗਾ ਕਿ ਤੁਸੀਂ ਰਿਸਪੌਂਡ ਕਰੋ ਕਿ ਕਿਸ ਤਰੀਕੇ ਨਾਲ ਇਹਨੂੰ ਲੈ ਕੇ। ਤੁਹਾਡਾ ਪਹਿਲਾ ਜਿਹੜਾ ਪੁਆਇੰਟ ਸੀਗਾ ਕਿ ਵੈਕਸੀਨ ਕੀ ਗਰੰਟੀ ਦਿੱਤੀ ਜਾ ਸਕਦੀ ਕਿ ਵੈਕਸੀਨ ਲੱਗੀ ਤੈਨੂੰ ਕੋਵਿਡ ਨਹੀਂ ਹੋਏਗਾ, ਉਹ ਨਹੀਂ ਹੈ। ਅਸੀਂ ਕੋਈ ਗਰੰਟੀ ਨਹੀਂ ਦੇ ਸਕਦੇ ਕਿਉਂਕਿ ਜਿੰਨੀਆਂ ਵੈਕਸੀਨਸ ਇਸ ਵੇਲੇ ਦੁਨੀਆ ਸਾਰੀ 'ਚ ਅਵੇਲੇਬਲ ਹੈ ਉਹਨਾਂ ਦੀ ਐਫੀਕੇਸੀ 80% ਹੈ 2 ਡੋਜ਼ਸ ਤੋਂ ਬਾਅਦ ਜੀ। ਤੀਜੀ ਬੂਸਟਰ ਡੋਜ਼ ਕਦੋਂ ਲੱਗਣੀ ਹੈ ਉਹ ਹਾਲੇ ਤੱਕ ਸਾਡਾ ਕਲੀਅਰ ਨਹੀਂ, ਕੋਈ 6 ਮਹੀਨੇ ਕੋਈ 8 ਮਹੀਨੇ ਕਹਿ ਰਿਹਾ, ਪਰ ਇਹ ਪੱਕਾ ਹੈਗਾ ਕਿ 80% ਤੋਂ ਜ਼ਿਆਦਾ ਕਿਸੇ ਵੈਕਸੀਨ ਦੀ ਐਫੀਕੇਸੀ ਨਹੀਂ ਹੈ ਜੀ। ਦੂਸਰੀ ਗੱਲ, ਕੋਵਿਡ ਵੀ ਜਿਹੜਾ ਕਰੋਨਾ ਵਾਇਰਸ ਹੈ ਉਹ ਵੀ ਇਨਸਾਨ ਨਾਲ ਲੜ ਰਿਹਾ। ਜਿੱਦਾਂ ਇਨਸਾਨ ਆਪਣੀ ਸਟ੍ਰੈਟਜੀ ਡਿਵਾਈਸ ਕਰਦਾ, ਉਦੋਂ ਕਰੋਨਾ ਵਾਇਰਸ ਵੀ ਇਨਸਾਨ ਨੂੰ ਅਟੈਕ ਕਰਨ ਲਈ ਆਪਣੀ ਸਟ੍ਰੈਟਜੀ ਡਿਵਾਈਸ ਕਰ ਰਿਹਾ। ਉਹ ਵੀ ਚੇਂਜ ਹੋ ਰਿਹਾ, ਉਹ ਵੀ ਮਿਊਟੇਸ਼ਨ ਹੋ ਰਹੀ ਹੈ।
ਹੁਣ ਅਸੀਂ ਵੈਕਸੀਨ ਲਗਵਾ ਲਈ, ਜਿਹੜੀ ਵੈਕਸੀਨ ਸਪੋਜ਼ਿੰਗ 50 ਮਿਊਟੈਂਟ ਸਟ੍ਰੇਨਸ ਦੇ ਅਗੇਂਸਟ ਇਫੈਕਟਿਵ ਹੈ, ਜਿਹੜਾ 51ਵਾਂ ਮਿਊਟੈਂਟ ਸਟ੍ਰੇਨ ਆਏਗਾ, ਕਰੋਨਾ ਵਾਇਰਸ ਵੀ ਚੇਂਜ ਹੋ ਰਿਹਾ, ਉਹਦੇ ਅਗੇਂਸਟ ਅਸੀਂ ਇਫੈਕਟਿਵ ਨਹੀਂ ਹੋਵਾਂਗੇ। ਪਰ ਇੱਕ ਗੱਲ ਪੱਕੀ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਜਿਹੜੀ ਤੁਹਾਨੂੰ ਬਿਮਾਰੀ ਹੋਏਗੀ ਉਹ ਉਨੀ ਸਵੀਅਰ ਨਹੀਂ ਹੋਏਗੀ ਜਿਹੜੀ ਕਿ ਬਿਨਾਂ ਵੈਕਸੀਨ ਤੋਂ ਹੋਣੀ ਸੀ। ਜੀ, ਸੋ ਬਹੁਤ ਅਹਿਮ ਹੈ ਕਿ ਵੈਕਸੀਨ ਜਿਹੜੀ ਹੈ ਉਸ ਦੇ ਨਾਲ ਅਸੀਂ ਕਾਫੀ ਹੱਦ ਤੱਕ ਬਚਾਅ ਕਰ ਸਕਦੇ ਹਾਂ, ਲੇਕਿਨ 100% ਗਾਰੰਟੀ ਵਾਲੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਉਹ ਪੋਸੀਬਲ ਨਹੀਂ, ਲੇਕਿਨ ਅਗਰ ਹੋ ਵੀ ਜਾਂਦਾ ਕਰੋਨਾ ਤਾਂ ਅਸੀਂ ਉਸ ਤੋਂ ਠੀਕ ਹੋ ਸਕਦੇ। ਸਰ, ਇੱਕ ਚੀਜ਼ ਇਸ ਵੇਲੇ ਕਿਉਂਕਿ ਬਲੈਕ ਫੰਗਸ ਦਾ ਵੀ ਜ਼ਿਕਰ ਚੱਲ ਰਿਹਾ, ਕਿੰਨੇ ਕੁ ਕੇਸ ਇੱਥੇ ਜਲੰਧਰ ਦੇ ਵਿੱਚ ਜਾਂ ਓਵਰਆਲ ਤੁਸੀਂ ਅਸੈਸ ਕਰਦੇ ਹੋ ਕਿ ਰਿਪੋਰਟ ਹੋ ਰਿਹਾ, ਔਰ ਇਹਦੇ ਵਾਸਤੇ ਪ੍ਰਸ਼ਾਸਨ ਨੇ ਕੀ ਤਿਆਰੀਆਂ ਜਿਹੜੀਆਂ ਕੀਤੀਆਂ? ਪ੍ਰੈਜ਼ੈਂਟਲੀ ਸਾਡੇ ਜਲੰਧਰ ਦੇ ਵਿੱਚ ਜੀ 23 ਕੇਸ ਹੈਗੇ ਆ ਬਲੈਕ ਫੰਗਸ ਦੇ, ਵਿੱਚੋਂ ਜਿਹੜੇ ਲੋਕਲ ਜਲੰਧਰ ਦੇ ਨੇ ਉਹ 15 ਨੇ ਜੀ, ਤੇ ਅਰਾਊਂਡ ਜਿਹੜੇ ਬਾਕੀ ਕੇਸ ਨੇ ਉਹ ਆਊਟ ਆਫ ਡਿਸਟ੍ਰਿਕਟ ਦੇ ਨੇ ਜੀ। ਇਹ ਜਿਹੜੀ ਮਿਊਕਰਮਾਈਕੋਸਿਸ ਇਹਨੂੰ ਕਹਿੰਦੇ ਆ, ਇਹ ਰਿਪੋਰਟ ਹੋ ਰਹੀ ਹੈ ਹਸਪੀਟਲ ਦੇ ਵਿੱਚ। ਇਹ ਕੁਝ ਕੇਸਿਸ ਇੱਦਾਂ ਦੇ ਨੇ ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ, ਪੋਸਟ ਕੋਵਿਡ ਕੇਸਿਸ ਨੇ ਜੀ, ਕੁਝ ਅਨਰਿਲੇਟਡ ਕੇਸਿਸ ਵੀ ਨੇ। ਜਿਵੇਂ ਮੈਨੂੰ ਪਤਾ ਲੱਗਿਆ ਹੈ ਕਿ 6 ਡੈਥਸ ਹੋਈਆਂ ਨੇ ਮਿਊਕਰਮਾਈਕੋਸਿਸ ਕਰਕੇ, 4 ਜਲੰਧਰ ਵਿੱਚ, ਬਾਕੀ 2 ਬਾਹਰਲੇ ਨੇ। ਲੇਕਿਨ ਉਹਨਾਂ ਦਾ ਜਿਹੜਾ ਰੀਜ਼ਨ ਆਫ ਡੈਥ ਹੈ, ਹਜੇ ਡੈਥ ਆਡਿਟ ਕਮੇਟੀ ਨੇ ਰਿਪੋਰਟ ਨਹੀਂ ਦਿੱਤੀ ਸਾਨੂੰ। ਹੋ ਸਕਦਾ ਕੋਈ ਹੋਰ ਕੰਪਲਿਕੇਸ਼ਨ ਨਾਲ ਐਸੋਸੀਏਟਡ ਹੋਵੇ ਮਿਊਕਰਮਾਈਕੋਸਿਸ ਦੇ। ਜੀ, ਡਾਕਟਰ ਸਾਹਿਬ, ਮੈਂ ਚੂੰਕਿ ਵੈਕਸੀਨ ਦੇ ਨਾਲ ਰਿਲੇਟਡ ਇੱਕ ਤੁਹਾਡੇ ਕੋਲ ਹੋਰ ਜਾਣਕਾਰੀ ਕਿ ਆਮ ਤੌਰ 'ਤੇ ਜਿਸ ਤਰ੍ਹਾਂ ਧਾਰਨਾ ਹੈ ਕਿ ਪ੍ਰੈਗਨੈਂਟ ਵੂਮਨ ਨੂੰ ਵੈਕਸੀਨੇਸ਼ਨ 'ਚ ਨਹੀਂ ਜਾਣਾ ਚਾਹੀਦਾ, ਜਾਂ ਜਿਹੜੀ ਸਰਜਰੀ ਹੈ ਉਹ ਸਾਨੂੰ ਕਦੋਂ ਕਰਵਾਉਣੀ ਚਾਹੀਦੀ, ਵੈਕਸੀਨੇਸ਼ਨ ਤੋਂ ਬਾਅਦ ਜਾਂ ਪਹਿਲਾਂ? ਸੋ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਥੋੜ੍ਹੀ ਜਾਣਕਾਰੀ ਦਿਓ। ਹਾਲੇ ਤਾਈਂ ਕੋਈ ਵੀ ਵੈਕਸੀਨ ਪ੍ਰੈਗਨੈਂਸੀ ਦੇ ਵਿੱਚ ਸਾਡੇ ਦੇਸ਼ ਵਿੱਚ ਅਪਰੂਵ ਨਹੀਂ ਕੀਤੀ ਗਈ ਹੈ ਜੀ। ਅੱਜ ਪਹਿਲੀ ਵਾਰੀ BMC ਨੇ ਪ੍ਰੈਗਨੈਂਟ ਵੂਮਨ ਨੂੰ ਆਫਰ ਦਿੱਤੀ ਹੈ ਕਿ ਤੁਸੀਂ ਜੇ ਚਾਹੁੰਦੇ ਹੋ ਤਾਂ ਆਪਣੇ ਰਿਸਕ ਤੇ ਵੈਕਸੀਨ ਲਗਵਾ ਸਕਦੇ ਹੋ ਜੀ, ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਅਪਰੂਵਲ ਪ੍ਰੈਗਨੈਂਸੀ ਦੇ ਵਿੱਚ ਨਹੀਂ ਹੈ ਜੀ। ਜਿਹੜਿਆਂ ਬੱਚੇ ਨੂੰ ਮਾਵਾਂ ਦੁੱਧ ਪਿਲਾ ਰਹੀਆਂ ਨੇ ਉਹਨਾਂ ਵਾਸਤੇ ਵੈਕਸੀਨ ਜਿਹੜੀ ਆ ਉਹ ਅਪਰੂਵ ਕਰ ਦਿੱਤੀ ਗਈ ਹੈ। ਉਹ ਸਾਡੇ ਜਿਹੜੇ ਨੀਤੀ ਆਯੋਗ ਦੇ ਮੈਂਬਰ ਨੇ ਮਿਸਟਰ VK ਪੌਲ, ਉਹਨਾਂ ਨੇ ਕੱਲ੍ਹ ਹੀ ਅਨਾਉਂਸ ਕੀਤਾ ਕਿ ਲੈਕਟੇਟਿੰਗ ਵੂਮਨ ਦੇ ਵਿੱਚ ਅਸੀਂ ਵੈਕਸੀਨ ਲਗਵਾ ਸਕਦੇ, ਪਰ ਪ੍ਰੈਗਨੈਂਟ ਵੂਮਨ ਦੇ ਵਿੱਚ ਹਾਲੇ ਤੱਕ ਅਸੀਂ ਵੈਕਸੀਨ ਨਹੀਂ ਜੀ ਅਪਰੂਵ ਕੀਤੀ ਇੰਡੀਆ ਦੇ ਵਿੱਚ। ਜੀ, ਅਮਰੀਕਾ ਦੇ ਵਿੱਚ ਕੁਝ ਕੇਸਿਸ ਨੇ ਜਾਂ ਯੂਰਪ ਦੇ ਵਿੱਚ ਕੁਝ ਕੰਡੀਸ਼ਨਸ ਦੇ ਅੰਡਰ ਪ੍ਰੈਗਨੈਂਟ ਵੂਮਨ ਨੂੰ ਵੈਕਸੀਨ ਅਸੀਂ ਅਪਰੂਵ ਕਰ ਦਿੱਤੀ ਜੀ। ਇਹਦੇ ਨਾਲ ਹੀ ਸਰ ਸਰਜਰੀ ਬਾਰੇ ਵੀ ਥੋੜੇ ਸਾਡੇ ਦਿਨ ਕਿ ਕਦੋਂ ਸਰਜਰੀ? ਹੁਣ ਬਹੁਤ ਸਾਰੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਸਰਜਰੀ ਦੇ ਜਿਨ੍ਹਾਂ ਨੂੰ ਕਿ ਕੋਵਿਡ ਹੋ ਚੁੱਕਾ। ਹੁਣ ਇਹਦੇ 'ਚ ਅਸੀਂ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਡਿਪੈਂਡ ਕਰਦਾ ਕਿ ਤੁਹਾਨੂੰ ਕੋਵਿਡ ਦੀ ਸਿਵੈਰਿਟੀ ਕੀ ਸੀ। ਜੇ ਤੁਹਾਨੂੰ ਸਿਰਫ ਐਕਸਪੋਜ਼ਰ ਹੋਇਆ ਔਰ ਤੁਹਾਨੂੰ ਕੋਵਿਡ ਦੇ ਲੱਛਣ ਨਹੀਂ ਆਏ, ਜਿੱਦਾਂ ਤੁਹਾਡੇ ਕਿਸੇ ਘਰ ਵਾਲੇ ਨੂੰ ਕੋਵਿਡ ਹੋਇਆ ਤੇ ਤੁਸੀਂ ਐਕਸਪੋਜ਼ ਹੋ ਗਏ, ਫਿਰ ਤੁਸੀਂ 14 ਦਿਨ ਤੋਂ ਬਾਅਦ ਸਰਜਰੀ ਕਰਵਾ ਸਕਦੇ ਹੋ। ਜੇ ਤੁਹਾਨੂੰ ਮਾਈਲਡ ਸਿੰਪਟਮਸ ਹੈਗੇ ਕੋਵਿਡ ਦੇ, 1 ਮਹੀਨੇ ਬਾਅਦ ਸਰਜਰੀ ਕਰਵਾ ਸਕਦੇ ਹੋ। ਜੇ ਤੁਹਾਨੂੰ ਮੋਡਰੇਟ ਡਿਜ਼ੀਜ਼ ਸੀ ਤਾਂ ਤੁਸੀਂ 2 ਮਹੀਨੇ ਬਾਅਦ ਸਰਜਰੀ ਕਰਵਾ ਸਕਦੇ ਹੋ। ਜੇ ਸਵੀਅਰ ਡਿਜ਼ੀਜ਼ ਸੀ ਤਾਂ 3 ਮਹੀਨੇ ਵੇਟ ਕਰਨਾ ਚਾਹੀਦਾ, ਪਰ ਉਹ ਵੀ ਫਿਟਨੈਸ ਲੈਣ ਤੋਂ ਬਾਅਦ ਕਿ ਤੁਹਾਨੂੰ ਕੋਈ ਸਾਹ ਦੀ ਪ੍ਰੋਬਲਮ ਨਹੀਂ ਆਈ, ਕੋਈ ਇਸ ਵੇਲੇ ਸਾਹ ਦੀ ਜਾਂ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਚੱਲ ਰਹੀ ਜੀ। ਔਰ ਜੇ ਤੁਹਾਨੂੰ ਕੋਈ ਬ੍ਰੇਨ ਦੀ ਪ੍ਰੋਬਲਮ ਚੱਲ ਰਹੀ ਜਿਹੜੀ ਕਿ ਕੋਵਿਡ ਤੋਂ ਬਾਅਦ ਬੜੀ ਕਾਮਨ ਹੈ, ਜਿਹਨੂੰ ਅਸੀਂ ਕੋਵਿਡ ਫੌਗ ਕਹਿੰਦੇ ਆ, ਭੁੱਲਣ ਲੱਗ ਪੈਂਦੀਆਂ ਚੀਜ਼ਾਂ ਜਾਂ ਕੁਝ, ਫਿਰ ਵੀ ਤੁਹਾਨੂੰ ਸਰਜਰੀ ਜਿਹੜੀ ਹੈ ਪੋਸਟਪੋਨ ਕਰਨੀ ਚਾਹੀਦੀ ਜੀ। ਸੋ ਇੱਕ ਚੀਜ਼ ਇਹਦੇ ਨਾਲ ਹੀ ਇਸ ਵੇਲੇ ਜਿਹੜੀ ਬਲੈਕ ਫੰਗਸ ਨੂੰ ਲੈ ਕੇ ਬਹੁਤ ਜ਼ਿਆਦਾ ਜ਼ਿਕਰ ਹੈ ਕਿ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਘਬਰਾਏ ਆ ਕਿ ਕੀ ਕਰੋਨਾ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਹੀ ਬਲੈਕ ਫੰਗਸ ਹੋ ਸਕਦਾ, ਜਾਂ ਕਿ ਇਹ ਛੂਤ ਦੀ ਬਿਮਾਰੀ ਕੋਵਿਡ ਦੇ ਵਾਂਗ? ਇਹਦੇ ਬਾਰੇ ਵੀ ਸਾਡੇ ਥੋੜੇ ਦਰਸ਼ਕਾਂ ਨੂੰ ਤੁਸੀਂ। ਬਲੈਕ ਫੰਗਸ ਜਿਹੜਾ ਹੈ ਨਾ ਜੀ, ਮਿਊਕਰਮਾਈਕੋਸਿਸ ਜਿਹੜਾ, ਉਹ ਇਸ ਵੇਲੇ ਹਵਾ 'ਚ ਸਭ ਜਗ੍ਹਾ ਹੈਗਾ। ਇਸ ਵੇਲੇ ਕਿ ਬਹੁਤ ਹਮੇਸ਼ਾ ਹੀ ਰਿਹਾ ਹਵਾ ਦੇ ਵਿੱਚ। ਮੈਂ ਜਿੱਥੇ ਬੈਠਾ ਸੋਫੇ ਤੇ, ਇੱਥੇ ਵੀ ਮਿਊਕਰਮਾਈਕੋਸਿਸ ਹੈਗਾ ਜੀ। ਜੇ ਅਸੀਂ ਇੱਥੇ ਕਲਚਰ ਕਰੀਏ ਤਾਂ ਉਹ ਵੀ ਹੈਗਾ, ਐਟਮੋਸਫੀਅਰ ਦੇ ਵਿੱਚ ਹੈਗਾ। ਪਰ ਇਹ ਅਟੈਕ ਉਹਨਾਂ ਨੂੰ ਕਰੇਗਾ ਜਿਨ੍ਹਾਂ ਦੀ ਇਹ ਅਪਰਚੂਨਿਸਟ ਇਨਫੈਕਸ਼ਨ ਹੈ। ਅਟੈਕ ਉਹਨਾਂ ਨੂੰ ਕਰੇਗਾ ਜਿਨ੍ਹਾਂ ਦੀ ਕਿ ਇਮਿਊਨਿਟੀ ਲੋ ਹੋ ਗਈ, ਜਾਂ ਕੋਈ ਹੋਰ ਕਾਰਨ ਦਵਾਈਆਂ ਲੈ ਰਹੇ ਸੀਗੇ, ਜਾਂ ਕੋਈ ਬਿਮਾਰੀ ਹੋ ਗਈ ਜੀ। ਨਾਰਮਲ ਆਦਮੀ ਨੂੰ ਵੀ ਅਟੈਕ ਕਰ ਸਕਦਾ, ਜਿੱਦਾਂ ਡਾਇਬੀਟਿਕ ਹੈਗਾ ਕੋਈ, ਉਹਨੂੰ ਵੀ ਅਟੈਕ ਕਰ ਸਕਦਾ। ਪਰ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ, ਪਹਿਲਾਂ ਵੀ ਸੀਗੀ, ਹੁਣ ਹੈ। ਹੁਣ ਇਨਸੀਡੈਂਸ ਵੱਧ ਗਿਆ ਕੋਵਿਡ ਕਰਕੇ, ਕਿਉਂਕਿ ਕੋਵਿਡ ਦੇ ਵਿੱਚ ਕੁਝ ਦਵਾਈਆਂ ਔਰ ਕੋਵਿਡ ਆਪਣੇ ਕਰਕੇ ਇਮਿਊਨਿਟੀ ਥੋੜੀ ਜਿਹੀ ਘੱਟ ਹੋ ਜਾਂਦੀ, ਤੇ ਜਿਹੜੀਆਂ ਅਪਰਚੂਨਿਸਟ ਇਨਫੈਕਸ਼ਨਸ ਨੇ ਉਹ ਸਾਰੀਆਂ ਸਾਡੇ ਤੇ ਹਾਵੀ ਹੋ ਜਾਂਦੀਆਂ ਜੀ। ਸੋ ਬਹੁਤ ਇੰਪੋਰਟੈਂਟ ਜਾਣਕਾਰੀ ਜਿਹੜੀ ਹੈ ਕਿ ਬਲੈਕ ਫੰਗਸ ਨੂੰ ਲੈ ਕੇ ਜਿਸ ਤਰ੍ਹਾਂ ਇਹ ਧਾਰਨਾਵਾਂ ਕਿ ਸ਼ਾਇਦ ਛੂਤ ਦਾ ਰੋਗ ਆ, ਕਰੋਨਾ ਵਾਂਗ, ਇਸ ਤਰ੍ਹਾਂ ਨਹੀਂ ਹੈ। ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ
ਆਮ ਤੌਰ ਤੇ ਇਮਿਊਨਿਟੀ ਲੋ ਹੋਣ ਕਰਕੇ ਔਰ ਸ਼ੂਗਰ ਦੇ ਜਿਹੜੇ ਪੇਸ਼ੈਂਟ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਇਹਦੇ ਵਿੱਚ ਖਤਰਾ ਹੁੰਦਾ। ਮੈਂ ਸਰ ਤੁਹਾਡੇ ਕੋਲੋਂ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਲੈਕ ਫੰਗਸ ਵਾਸਤੇ, ਕਰੋਨਾ ਵਾਸਤੇ ਹੋਰ ਕੀ ਖਾਸ ਤੁਸੀਂ ਪਲੇਟਫਾਰਮ ਜਿਹੜੇ ਆ ਉਹ ਯੂਜ਼ ਕਰਦੇ ਪਏ ਤਾਂ ਕਿ ਲੋਕੀ ਇਹਨਾਂ ਤੋਂ ਬਚ ਸਕਣ ਔਰ ਤੀਜੀ ਵੇਵ ਜਿਹੜੀ ਐਕਸਪੈਕਟਡ ਆ ਅਸੀਂ ਉਸ ਤੋਂ ਵੱਧ ਜਿਹੜਾ ਘੱਟ ਤੋਂ ਘੱਟ ਨੁਕਸਾਨ ਉਹਦੇ ਵਿੱਚ ਸਾਡਾ ਪੰਜਾਬ ਸਰਕਾਰ ਨੇ ਰੀਸੈਂਟਲੀ ਮਿਸ਼ਨ ਫਤਿਹ 2.0 ਸ਼ੁਰੂ ਕੀਤੀ ਹੈ। ਇਹਦਾ ਫੋਕਸ ਰੂਰਲ ਏਰੀਆ ਦੇ ਵਿੱਚ ਹੈ ਕਿਉਂਕਿ ਅੱਜ ਕੱਲ੍ਹ ਜਿਵੇਂ ਦੇਖਣ ਵਾਲੀ ਗੱਲ ਹੈ ਕਿ ਰੂਰਲ ਪੋਜ਼ਿਟਿਵਿਟੀ ਜ਼ਿਆਦਾ ਰਹੀ ਹੈ ਸੈਕਿੰਡ ਵੇਵ ਦੇ ਵਿੱਚ। ਅਸੀਂ ਸਾਰੇ ਕੋਵਿਡ ਪੇਸ਼ੈਂਟ ਜਿਹੜੇ ਵੀ ਸਾਨੂੰ ਪੋਜ਼ਿਟਿਵ ਨਜ਼ਰ ਆਉਂਦੇ ਨੇ ਜਾਂ ਸਾਡੇ ਟੈਸਟ ਵਿੱਚ ਪੋਜ਼ਿਟਿਵ ਆਉਂਦੇ ਨੇ ਉਹਨਾਂ ਨੂੰ ਮੈਪ ਕਰ ਲਿੱਤਾ ਹੈਗਾ ਹੈਲਥ ਵੈਲਨੈਸ ਸੈਂਟਰਾਂ ਦੇ ਅਕੋਰਡਿੰਗ ਜਾਂ ਆਪਣੇ CHC ਦੇ ਅਕੋਰਡਿੰਗ, ਅਤੇ ਉਹਨਾਂ ਨੂੰ ਲਗਾਤਾਰ ਅਸੀਂ ਫੋਲੋ ਅਪ ਕਰਦੇ ਰਹਿੰਦੇ ਹਾਂ। ਇੱਕ ਕੋਵਾ ਐਪ ਹੈਗੀ ਹੈ ਜਿਹੜੀ ਗੌਰਮੈਂਟ ਦੀ, ਉਹਦੇ ਵਿੱਚ ਜੇਕਰ ਕੋਈ ਵੀ ਮਰੀਜ਼ ਨੂੰ ਸਿੰਪਟਮ ਆਉਂਦਾ ਹੈ ਤਾਂ ਉਹਦੇ ਵਿੱਚ ਆਪਣਾ ਉਹ ਜ਼ਿਕਰ ਕਰ ਸਕਦਾ ਹੈ ਐਪ ਦੇ ਵਿੱਚ, ਅਤੇ ਇਹ ਇਨਫੋਰਮੇਸ਼ਨ ਗੌਰਮੈਂਟ ਕੋਲ ਜਾਂਦੀ ਹੈ ਅਤੇ ਗੌਰਮੈਂਟ ਉਹਨੂੰ ਬਹੁਤ ਹੀ ਜ਼ਿਆਦਾ ਅੱਛੀ ਤਰ੍ਹਾਂ ਫੋਲੋ ਅਪ ਵੀ ਕਰਦੀ ਹੈ। ਜੀ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਚੂੰਕਿ ਤੁਸੀਂ ਕਰੋਨਾ ਪੇਸ਼ੈਂਟਸ ਨੂੰ ਡੀਲ ਕਰਦੇ ਰਹੇ ਔਰ ਆਮ ਤੌਰ ਤੇ ਜਦੋਂ ਇਨਸਾਨ ਕੋਵਿਡ ਪੋਜ਼ਿਟਿਵ ਹੋ ਕੇ ਹਸਪੀਟਲ ਜਾਂਦਾ ਤਾਂ ਉਹਦੀ ਮਾਨਸਿਕ ਦਸ਼ਾ ਕਿਸ ਤਰੀਕੇ ਨਾਲ ਹੁੰਦੀ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਕਿਸਮ ਨਾਲ ਸਾਈਕੋਲੋਜੀਕਲ ਟ੍ਰੀਟਮੈਂਟ ਵੀ ਇਹਦੇ ਵਿੱਚ ਦੇਣੀ ਪੈਂਦੀ, ਸੋ ਉਹ ਮਰੀਜ਼ਾਂ ਦਾ ਮਾਨਸਿਕ ਪੱਧਰ ਤੁਸੀਂ ਕੀ ਦੇਖਦੇ ਔਰ ਕੀ ਔਕੜਾਂ ਆਉਂਦੀਆਂ ਉਹਨਾਂ ਟ੍ਰੀਟਮੈਂਟ ਦੇ ਵਿੱਚ? ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜੀ ਔਕੜ ਸਾਨੂੰ ਆਈ ਹੈ ਉਹ ਆਈ ਹੈ ਕਿ ਜਿਹੜਾ ਮਰੀਜ਼ ਹਸਪੀਟਲ ਆਉਂਦਾ ਜੀ, ਪਹਿਲੀ ਗੱਲ ਤਾਂ ਉਹ ਬਹੁਤ ਲੇਟ ਆਉਂਦਾ ਜੀ, ਖਾਸ ਕਰ ਜਿਹੜੀਆਂ L2 ਤੇ L3 ਫੈਸਿਲਿਟੀਜ਼ ਨੇ ਉਹਨਾਂ 'ਚ ਕੋਈ ਮਰੀਜ਼ 10 ਦਿਨ ਬਾਅਦ ਆ ਰਿਹਾ, ਕੋਈ ਹਫ਼ਤੇ ਬਾਅਦ ਆ ਰਿਹਾ, ਕਿਉਂਕਿ ਇੱਕ ਗਲਤ ਧਾਰਨਾ ਬਣੀ ਹੈ ਕਿ ਕੋਵਿਡ ਦਾ ਕੋਈ ਪੇਸ਼ੈਂਟ ਸਿੱਕ ਨਹੀਂ ਹੋਣਾ ਜੀ, ਸਾਰੇ ਕੋਵਿਡ ਆਪਣੇ ਆਪ ਠੀਕ ਹੋ ਜਾਣੇ, ਜਾਂ ਇੱਕ ਸੈਲਫ ਡਿਨਾਈਲ ਦੇ ਵਿੱਚ ਰਹਿੰਦੇ ਆ ਮਰੀਜ਼ ਇਹ ਸੋਚ ਕੇ ਕਿ ਵੀ ਮੈਨੂੰ ਤਾਂ ਕੋਵਿਡ ਹੈ ਨਹੀਂ, ਬਾਕੀ ਦੁਨੀਆ ਨੂੰ ਸਾਰਿਆਂ ਨੂੰ ਹੋ ਸਕਦਾ। ਜੀ, ਜੀ, ਸਭ ਤੋਂ ਵੱਡੀ ਤਾਂ ਗਲਤੀ ਇਹ ਕਰਦੇ ਆ ਹਰ ਮਰੀਜ਼, ਤਕਰੀਬਨ ਮੈਂ ਕਹੂੰਗਾ 99% ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਉਹਨਾਂ ਨੂੰ ਇਹ ਲੱਗਦਾ ਕਿ ਮੈਨੂੰ ਕੋਵਿਡ ਨਹੀਂ ਆ। ਜੀ, ਸੋ ਅਸੀਂ, ਮੇਰੀ ਇੱਕੋ ਹੀ ਐਡਵਾਈਸ ਹੈ ਸਾਰੇ ਆਪਣੇ ਸਮਾਜ ਨੂੰ ਕਿ ਬੁਖਾਰ ਖਾਂਸੀ ਹੋਵੇ ਤਾਂ ਕੋਵਿਡ ਦਾ ਟੈਸਟ ਜ਼ਰੂਰ ਕਰਵਾਓ। ਔਰ ਕੋਵਿਡ ਦਾ ਇੱਕ ਸਿੰਪਟਮ ਨਹੀਂ ਹੈ, ਅੱਜ ਕੱਲ੍ਹ ਲੋਕ ਟੱਟੀਆਂ ਉਲਟੀਆਂ ਦੇ ਨਾਲ ਆ ਰਹੇ ਕੋਵਿਡ ਦੇ ਨਾਲ, ਗੈਸਟ੍ਰੋਐਂਟਰਾਈਟਿਸ ਪ੍ਰੈਜੈਂਟੇਸ਼ਨ ਹੈ, ਸਿਰਫ ਫੀਵਰ ਪ੍ਰੈਜੈਂਟੇਸ਼ਨ ਹੈ, ਬੈਕਏਕ ਪ੍ਰੈਜੈਂਟੇਸ਼ਨ ਹੈ। ਕੋਈ ਵੀ ਸਿੰਪਟਮ ਜਿਹੜਾ ਹੋਵੇ ਔਰ ਬੁਖਾਰ ਹੋਵੇ ਨਾਲ ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਇਹ ਨਾ ਸੋਚੋ ਕਿ ਮੈਨੂੰ ਕੋਵਿਡ ਨਹੀਂ ਹੈ, ਸਰਕਾਰ ਮੁਫਤ 'ਚ ਟੈਸਟ ਕਰ ਰਹੀ ਹੈ ਜੀ, ਅਸੀਂ ਕਿਉਂ ਨਹੀਂ ਟੈਸਟ ਕਰਵਾਉਂਦੇ? ਅਸੀਂ ਕਿਉਂ ਪਹਿਲਾਂ 10 ਦਿਨ ਬਾਅਦ ਜਦੋਂ ਸਾਡਾ ਹਾਲ ਬੁਰਾ ਹੋ ਜਾਂਦਾ ਤਾਂ ਅਸੀਂ ਪਹੁੰਚਦੇ ਹਾਂ, ਫਿਰ ਅਸੀਂ ਹਸਪੀਟਲ ਪਹੁੰਚ ਕੇ ਐਕਸਪੈਕਟ ਕਰਦੇ ਹਾਂ ਕਿ ਬਸ ਹੁਣ ਅਸੀਂ ਹਸਪੀਟਲ ਪਹੁੰਚ ਗਏ ਤੇ ਅਸੀਂ 2 ਮਿੰਟਾਂ 'ਚ ਠੀਕ ਹੋ ਜਾਣਾ। ਸੋ ਬੜਾ ਇੰਪੋਰਟੈਂਟ ਹੈ ਕਿ ਸਾਨੂੰ ਸਮੇਂ ਸਿਰ ਜਿਹੜਾ ਹੈ ਇਹਦੀ ਡਿਟੈਕਸ਼ਨ ਕਰਨੀ ਔਰ ਹਸਪੀਟਲ ਦੇ ਵਿੱਚ ਡਾਕਟਰ ਦੀ ਐਡਵਾਈਸ ਲੈਣੀ। ਸੋ ਕਿਤੇ ਨਾ ਕਿਤੇ ਇਹ ਇੱਕ ਬਹੁਤ ਪਹਿਲ ਕਦਮੀ ਹੈ ਜਿਹਦੇ ਨਾਲ ਅਸੀਂ ਕਰੋਨਾ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਮੈਂ ਐਸਐਮ ਸਾਹਿਬ ਤੁਹਾਡੇ ਕੋਲੋਂ ਕਿ ਸਰਕਾਰ ਨੇ ਬਹੁਤ ਹੋਰ ਸਾਰੀਆਂ ਪਹਿਲ ਕਦਮੀਆਂ ਕੀਤੀਆਂ, ਖਾਸ ਕਰਕੇ ਹਸਪੀਟਲਸ ਬੈੱਡ ਦੀ ਸੰਖਿਆ ਨੂੰ ਲੈ ਕੇ ਅਲੱਗ-ਅਲੱਗ ਕੈਟਾਗਰੀਜ਼ ਦਾ ਇੱਕ ਪੋਰਟਲ ਵੀ ਬਣਾਇਆ ਔਰ ਕਿੰਨਾ ਕਾਰਗਰ ਇਹ ਰਿਹਾ ਔਰ ਕਿਸ ਤਰੀਕੇ ਦਾ ਐਕਸਪੀਰੀਅੰਸ ਜਿਹੜਾ? ਬੜਾ ਇਫੈਕਟਿਵ ਰਿਹਾ ਜੀ ਸਾਡਾ ਪੋਰਟਲ, ਕਿਉਂਕਿ ਰੀਅਲ ਟਾਈਮ ਇਨਫੋਰਮੇਸ਼ਨ ਸ਼ੇਅਰ ਹੁੰਦੀ ਸੀ ਪਬਲਿਕ ਦੇ ਵਿੱਚ L2 ਤੇ L3 ਬੈਡਸ ਦੀ ਜੀ, ਅਤੇ L2 ਬੈਡਸ ਸਾਡੇ ਕੋਲ ਜਿੰਨੇ ਮਤਲਬ ਅਸੀਂ ਮੈਕਸੀਮਮ ਸਿਵਲ ਹਸਪੀਟਲ ਦੇ ਵਿੱਚ ਕ੍ਰੀਏਟ ਕੀਤੇ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਕ੍ਰੀਏਟ ਕੀਤੇ, ਸਾਡੀ ਜਿਹੜੀ ਆਕੂਪੈਂਸੀ ਪੀਕ ਆਕੂਪੈਂਸੀ 75% ਰਿਹਾ। ਅਸੀਂ DC ਜਲੰਧਰ ਵੱਲੋਂ ਲਗਾਤਾਰ ਆਫਿਸਰਸ ਹਸਪੀਟਲ ਵਾਈਜ਼ ਡਿਪਲੋਏ ਕੀਤੇ ਗਏ ਸੀ ਤਾਂ ਕਿ ਉਹਨਾਂ ਨੂੰ ਅਸੀਂ ਮੋਟੀਵੇਟ ਕਰ ਸਕੀਏ ਕਿ ਆਪਣੇ ਬੈੱਡ ਵਧਾ ਦਿਓ ਆਪਣੇ, ਜਾਂ L3 ਬੈੱਡਸ ਵਿੱਚ ਜਿਹੜਾ ਵੀ ਆਕਸੀਜਨ ਦੀ ਰਿਕੁਆਇਰਮੈਂਟ ਸੀ ਉਹਨੂੰ ਅਸੀਂ ਪੂਰਾ ਕਰ ਸਕੀਏ। ਅਸੀਂ ਕਦੇ ਵੀ 75 ਜਾਂ 80% ਤੋਂ ਉੱਪਰ ਨਹੀਂ ਗਏ ਕਿਉਂਕਿ ਅਸੀਂ ਨੰਬਰ ਆਫ ਬੈੱਡਸ ਅਸੀਂ ਵਧਾਉਣ ਵਿੱਚ ਕਾਮਯਾਬ ਹੋ ਗਏ ਸੀਗੇ। ਹੁਣ ਜਿਹੜੀ ਆਕੂਪੈਂਸੀ ਹੈ ਥੋੜ੍ਹੀ ਆਪਾਂ ਰਿਲੈਕਸ ਮਤਲਬ ਹੋਈ ਹੈ ਵੇਵ, ਅਤੇ ਹੁਣ 49% L3 ਕੈਪੈਸਿਟੀ 'ਤੇ ਅਸੀਂ ਆ ਗਏ ਹਾਂ ਜੀ। ਸੋ ਬਹੁਤ ਇੰਪੋਰਟੈਂਟ ਹੈ ਕਿ ਪ੍ਰਸ਼ਾਸਨ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਮਰੀਜ਼ ਜਿਹੜੇ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਮਿਲੇ ਔਰ ਉਹਦੇ ਵਾਸਤੇ ਪੋਰਟਲ ਵੀ ਦਿੱਤੇ ਔਰ ਲੋਕਾਂ ਨੂੰ ਇਹਨਾਂ ਦਾ ਲਾਭ ਉਠਾਉਣਾ ਚਾਹੀਦਾ। ਮੈਂ ਚੂੰਕਿ ਡਾਕਟਰ ਸਾਹਿਬ ਸਮਾਂ ਬਹੁਤ ਤੇਜ਼ੀ ਨਾਲ ਜਾ ਰਿਹਾ ਔਰ ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਚੰਦ ਸ਼ਬਦਾਂ 'ਚ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਅਸੀਂ 3rd ਵੇਵ ਤੋਂ ਵੀ ਬਚ ਸਕੀਏ, ਬਲੈਕ ਫੰਗਸ ਤੋਂ ਵਰਗੀ ਬਿਮਾਰੀ ਤੋਂ ਵੀ ਅਸੀਂ ਬਚ ਸਕੀਏ? ਵੈਸੇ ਜੋ ਮੈਂ ਸ਼ੁਰੂ 'ਚ ਕਿਹਾ ਸੀ ਉਹੀ ਰਿਪੀਟ ਕਰਾਂਗਾ, 3 ਚੀਜ਼ਾਂ, ਮਾਸਕ, ਹੱਥ ਧੋਣੇ, ਸੋਸ਼ਲ ਡਿਸਟੈਂਸਿੰਗ। ਅਸੀਂ ਇਹਨਾਂ ਨੂੰ ਫੋਲੋ ਕਰੀਏ ਤਾਂ ਅਸੀਂ ਕੋਵਿਡ ਨੂੰ ਮਾਤ ਦੇ ਦਿਆਂਗੇ ਔਰ 3rd ਵੇਵ ਨਹੀਂ ਆਏਗੀ। ਵੈਕਸੀਨ ਜਿਹੜੀ ਹੈਜ਼ੀਟੈਂਸੀ ਹੈ, ਵੈਕਸੀਨ ਪਹਿਲਾਂ ਸੀਗੀ ਲੋਕੀ ਲਵਾ ਨਹੀਂ ਸੀ ਰਹੇ, ਹੁਣ ਵੀ ਬਹੁਤ ਸਾਰੇ ਲੋਕ ਗਲਤਫਹਿਮੀ ਹੈ ਕਿ ਜੇ ਵੈਕਸੀਨ ਲਵਾਉਣ ਨਾਲ ਅਸੀਂ ਇੰਪੋਰਟੈਂਟ ਹੋ ਜਾਵਾਂਗੇ, ਵੈਕਸੀਨ ਲਵਾਉਣ ਨਾਲ ਸਾਡੇ ਬੱਚੇ ਨਹੀਂ ਹੋਣਗੇ, ਸਾਡੇ ਵੈਕਸੀਨ ਲਵਾਉਣ ਨਾਲ ਸਾਨੂੰ ਬਿਮਾਰੀਆਂ ਹੋ ਜਾਣਗੀਆਂ।
WhatsApp ਤੇ ਬਹੁਤ ਸਾਰੇ ਮੈਸੇजेस ਸਰਕੂਲੇਟ ਕਰ ਰਹੇ ਕਿ ਜਿਹੜੇ ਵੈਕਸੀਨ ਲਵਾਈ ਉਹ 2 ਸਾਲ ਦੇ ਅੰਦਰ ਅੰਦਰ ਮਰ ਜਾਏਗਾ ਬੰਦਾ। ਜੀ। ਮੈਂ ਸਾਰੀਆਂ ਚੀਜ਼ਾਂ ਲੋਕਾਂ ਨੂੰ ਅਪੀਲ ਕਰਦਾ ਕਿ ਵੈਕਸੀਨ ਦੇ ਸਾਈਡ ਇਫੈਕਟ ਬਹੁਤ ਹੀ ਘੱਟ ਨੇ। ਜੀ 10 ਲੱਖ ਚੋਂ ਇੱਕ ਸਾਈਡ ਇਫੈਕਟ ਵੀ ਜੇ ਹੁੰਦਾ ਹੈ ਤੇ ਉਹ ਕੋਈ ਬਹੁਤ ਵੱਡਾ ਇਨਸੀਡੈਂਸ ਨਹੀਂ, ਉਹ ਵੀ ਮਾਈਨਰ ਸਾਈਡ ਇਫੈਕਟਸ ਨੇ, ਮੇਜਰ ਸਾਈਡ ਇਫੈਕਟ ਕੋਈ ਨਹੀਂ ਹੈ। ਜੀ ਸੋ ਐਸਟੀਐਮ ਸਾਹਿਬ ਚੰਦ ਸ਼ਬਦਾਂ 'ਚ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ। ਮੈਂ ਤਾਂ ਇਹ ਕਹਿਣਾ ਚਾਹੂੰਗਾ ਜੀ, ਪਰਸਨਲ ਸੇਫਟੀ ਤੁਹਾਡੇ ਹੱਥ ਵਿੱਚ ਹੀ ਹੈ ਤੇ ਮਾਸਕ ਵਰਗੀ ਮਤਲਬ ਪ੍ਰੋਟੈਕਸ਼ਨ ਹੋਰ ਕੋਈ ਨਹੀਂ ਹੈ। ਜੀ ਡੇ ਟੂ ਡੇ ਲਾਈਫ ਦੇ ਵਿੱਚ ਜੇਕਰ ਤੁਹਾਨੂੰ ਕੋਈ ਵੀ ਸਿੰਪਟਮ ਨਜ਼ਰ ਆਉਂਦਾ ਹੈ ਜੀ ਤਾਂ ਆਪਣਾ ਕੋਵਿਡ ਟੈਸਟ ਜ਼ਰੂਰ ਕਰਾਓ, ਔਰ ਬਿਲਕੁਲ ਵੀ ਕਾਲ ਨਾ ਕਰੋ, ਕਿਉਂਕਿ ਜਿੱਦਾਂ ਲੇਟ ਰਿਪੋਰਟਿੰਗ ਹਸਪੀਟਲ 'ਚ ਹੁੰਦੀ ਹੈ ਤਾਂ ਤੁਹਾਨੂੰ ਉਨੀ ਮਤਲਬ ਹਾਨੀਕਾਰਕ ਮਤਲਬ ਕੋਵਿਡ ਦਾ ਕਰਨਾ ਪੈਂਦਾ ਸਾਹਮਣਾ। ਸੋ ਚਰਚਾ ਜਿਹੜੀ ਹੈ ਬਹੁਤ ਮਹੱਤਵਪੂਰਨ ਪੁਆਇੰਟ ਦੇ ਉੱਤੇ ਹੈ ਕਿ ਕਿਤੇ ਨਾ ਕਿਤੇ ਸਾਵਧਾਨੀ ਜਿਹੜੀ ਹੈ ਇਸ ਦੇ ਨਾਲ ਹੀ ਅਸੀਂ ਕਰੋਨਾ ਵਰਗੀ ਬਿਮਾਰੀ ਜਿਹੜੀ ਇਸ ਤੋਂ ਬਚ ਸਕਦੇ ਹਾਂ। ਸੋ ਸਾਡੇ ਮਾਹਿਰ ਮਹਿਮਾਨਾਂ ਨੇ ਬਹੁਤ ਜਾਣਕਾਰੀ ਦਿੱਤੀ। ਆਸ ਕਰਦੇ ਹਾਂ ਕਿ ਦਰਸ਼ਕ ਇਸ ਦਾ ਭਰਪੂਰ ਲਾਭ ਉਠਾਉਣਗੇ ਔਰ ਥਰਡ ਵੇਵ ਨੂੰ ਆਉਣ ਤੋਂ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।